Hello students, I am Harpreet Kaur, Vocational Mistress, GSS ਮਾਮੂਜੀਆ डिस्ट्रिक्ट फाजिलका। ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਉਹ ਹੈ ਐਲੀਮੈਂਟਸ ਆਫ ਬੁੱਕ ਕੀਪਿੰਗ। ਠੀਕ ਹੈ, ਤੇ ਆਪਣਾ ਟੌਪਿਕ ਹੈ ਬੇਸਿਕ ਅਕਾਊਂਟਿੰਗ ਟਰਮਸ। ਅੱਜ ਆਪਾਂ ਬੇਸਿਕ ਅਕਾਊਂਟਿੰਗ ਟਰਮਸ 'ਚ ਕਰਾਂਗੇ ਐਕਸਪੈਂਸਿਸ, ਡੈਬਟਰ, ਕੋਸਟ, ਕ੍ਰੈਡੀਟਰ, ਪ੍ਰੋਫਿਟ, ਗੁੱਡਸ, ਸੇਲ, ਪਰਚੇਸ ਐਂਡ ਲਾਸਟ ਵਨ ਸਟਾਕ। ਹੁਣ ਇਹਨਾਂ ਨੂੰ ਆਪਾਂ ਕੀ ਕਰਾਂਗੇ, ਇਹਨਾਂ ਦੀ ਵਿਸਥਾਰਪੂਰਵਕ ਵਿਆਖਿਆ ਕਰਾਂਗੇ। ਫਸਟ ਹੈ ਐਕਸਪੈਂਸਿਸ ਯਾਨੀ ਕਿ ਖਰਚ। ਖਰਚ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਜੋ ਵਪਾਰ ਨੂੰ ਸੁਚਾਰੂ ਰੂਪ ਨਾਲ ਚਲਾਉਣ, ਸੰਪੱਤੀਆਂ ਖਰੀਦਣ ਅਤੇ ਦੇਣਦਾਰੀਆਂ ਘਟਾਉਣ ਲਈ ਕੀਤਾ ਜਾਂਦਾ ਹੈ, ਉਸ ਨੂੰ ਖਰਚ ਕਹਿੰਦੇ ਹਨ। ਯਾਨੀ ਕਿ ਜਦੋਂ ਵੀ ਆਪਾਂ ਕੋਈ ਚੀਜ਼ ਵਪਾਰ ਲਈ ਖਰੀਦਦੇ ਹਾਂ, ਠੀਕ ਹੈ, ਸੁਚਾਰੂ ਰੂਪ ਵਿੱਚ ਚਲਾਉਣ ਲਈ ਆਪਾਂ ਕੀ ਹੈ ਸੰਪੱਤੀਆਂ ਦੀ ਖਰੀਦ ਕਰਦੇ ਹਾਂ ਅਤੇ ਦੇਣਦਾਰੀਆਂ ਨੂੰ ਘਟਾਉਂਦੇ ਹਾਂ। ਠੀਕ ਹੈ, ਉਹ ਕੀ ਹੁੰਦੇ ਆ, ਖਰਚ ਹੁੰਦੇ ਹਨ। ਇਹ ਜਿਹੜਾ ਆਪਾਂ ਖਰਚ ਕੋਈ ਆਪਾਂ ਜਿਹੜੀ ਉਹਦੀ ਪਰਸਨਲ ਜੋ ਵੀ ਚੀਜ਼ਾਂ ਉਹ ਖਰੀਦਣ ਲਈ ਨਹੀਂ, ਆਪਾਂ ਉਹਨਾਂ ਦੇ ਲਈ ਨਹੀਂ ਵਰਤਦੇ। ਆਪਾਂ ਸਿਰਫ ਜਿਹੜੀਆਂ ਆਪਣੀਆਂ ਐਸਟਸ ਖਰੀਦਦੇ ਹਾਂ, ਕੋਈ ਵੀ ਵਪਾਰ ਚਲਾਉਣ ਲਈ ਖਰੀਦਦੇ ਹਾਂ, ਉਹ ਕੀ ਹੁੰਦੇ ਨੇ, ਖਰਚ, ਐਕਸਪੈਂਸਿਸ। ਇਹਦੇ ਵਿੱਚ ਕੀ ਹੈ, ਖਰਚ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਹੜਾ ਹੈ ਇੱਕ ਹੈਗਾ ਰੈਵਨਿਊ ਖਰਚੇ ਜਾਂ ਲਾਗਤ, ਰੈਵਨਿਊ ਐਕਸਪੈਂਸਿਸ। ਇਹ ਜਿਹੜੇ ਇਹਨਾਂ ਦਾ ਸੰਬੰਧ 1 ਸਾਲ ਤੋਂ ਘੱਟ ਸਮੇਂ ਨਾਲ ਹੁੰਦਾ ਹੈ। ਇਹ ਕਿਸੇ ਵੀ ਵਸਤੂ ਬਣਾਉਣ ਅਤੇ ਸੇਵਾ ਦਾ ਲਾਭ ਲੈਣ ਦੇ ਬਦਲੇ ਚੁਕਾਈ ਜਾਂ ਅਦਾਇਗੀਯੋਗ ਰਕਮ ਨੂੰ ਆਪਾਂ ਕੀ ਹੈ, ਖਰਚ ਕਹਿੰਦੇ ਹਨ। These related to less than 1 year, the amount paid or payable in exchange for making a product and availing a service is called expenses। ਠੀਕ ਹੈ, ਉਹ ਜਿਹੜੇ ਸਾਰੇ ਖਰਚ ਜੋ ਆਪਾਂ ਵਸਤੂ ਬਣਾਉਣ ਜਾਂ ਅਤੇ ਸੇਵਾ ਦਾ ਲਾਭ ਲੈਣ ਦੇ ਲਈ ਬਦਲੇ ਚੁਕਾਈ ਗਈ ਅਦਾਇਗੀ ਰਕਮ ਨੂੰ ਆਪਾਂ ਕੀ ਖਰਚ। ਇੱਕ ਵਪਾਰ ਲਈ ਆਮਦਨ ਕਮਾਉਣ ਲਈ ਬਹੁਤ ਸਾਰਾ ਜਿਹੜਾ ਮਾਲ ਹੈ ਜਾਂ ਸੇਵਾਵਾਂ ਨੂੰ ਖਰੀਦਣਾ ਪੈਂਦਾ ਆਪਾਂ ਨੂੰ। ਯਾਨੀ ਕਿ ਕੋਈ ਵੀ ਆਪਾਂ ਵਪਾਰ ਚਲਾਉਣਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਬਹੁਤ ਸਾਰਾ ਮਾਲ ਵੀ ਲਿਆਉਣਾ ਪਏਗਾ। ਜੇ ਅਕਾਊਂਟਿੰਗ ਵੀ ਜਿਵੇਂ ਆਪਾਂ ਜੋ ਵੀ ਆਪਾਂ ਵਪਾਰ ਕਰਨਾ ਹੈ ਉਹਦੇ ਲਈ ਕਿੰਨਾ ਕੁ ਆਪਾਂ ਨੂੰ ਜਿਹੜਾ ਮਾਲ ਲੋੜੀਂਦਾ ਹੈ, ਉਸ ਦੇ ਅਕੋਰਡਿੰਗ ਆਪਾਂ ਕੀ ਮਾਲ ਕੀ ਖਰੀਦਾਂਗੇ। ਜਿਵੇਂ ਕਿ ਵਸਤੂਆਂ ਦਾ ਉਤਪਾਦਨ ਕਰਨ ਲਈ ਕੱਚਾ ਮਾਲ, ਕਰਮਚਾਰੀਆਂ ਨੂੰ ਤਨਖਾਹਾਂ, ਬੀਮੇ, ਢੁਆਈ ਜਾਂ ਭਾੜਾ ਆਦਿ ਜੋ ਵੀ ਆਪਣਾ ਹੈਗਾ ਖਰਚੇ, ਉਹ ਕੀ ਆਪਾਂ ਜੋ ਵੀ ਆਪਾਂ ਬਣਾਉਣਾ ਹੈ, ਪ੍ਰੋਡਕਟ ਬਣਾਉਣਾ, ਉਹਦੇ ਲਈ ਜੋ ਵੀ ਖਰਚਾ ਹੈ, ਉਹ ਆਪਾਂ ਜੋ ਵੀ ਆਪਾਂ ਸਮਾਨ ਲੋੜੀਂਦਾ ਹੈ, ਉਹ ਕੀ ਹੈ, ਉਹ ਸਾਰੇ ਨੂੰ ਆਪਾਂ ਕੀ ਹੈ ਖਰਚੇ ਵਿੱਚ ਲਵਾਂਗੇ। ਇਹਨਾਂ ਲਈ ਭੁਗਤਾਨ ਕੀਤੀ ਗਈ ਜਾਂ ਭੁਗਤਾਨ ਕੀਤੀ ਜਾਣ ਰਕਮ ਨੂੰ ਖਰਚੇ ਕਹਿੰਦੇ ਹਨ। ਠੀਕ ਹੈ ਨਾ, ਤੁਹਾਨੂੰ ਮੈਂ ਸਮਝਾ ਹੀ ਚੁੱਕੀ ਹਾਂ ਕਿ ਜੋ ਵੀ ਆਪਾਂ ਵਪਾਰ ਕਰ ਰਹੇ ਹਾਂ ਉਹਦੇ ਲਈ ਜੋ ਵੀ ਖਰਚਾ ਹੈਗਾ, ਜੋ ਵੀ ਆਪਾਂ ਨੂੰ ਸਮਾਨ ਲੋੜੀਂਦਾ ਹੈ, ਉਹਦੇ ਜੋ ਵੀ ਖਰਚ ਕੀਤਾ ਗਿਆ ਉਹ ਆਪਾਂ ਕੀ ਹੈ ਇਸ ਖਰਚ ਵਿੱਚ ਆਪਾਂ ਸ਼ਾਮਿਲ ਕਰਾਂਗੇ। ਇਹਨਾਂ ਨਾਲ ਵਪਾਰ ਦਾ ਲਾਭ ਕਮਾਉਣ ਦੀ ਸ਼ਕਤੀ ਤਾਂ ਨਹੀਂ ਵੱਧਦੀ, ਪਰ ਇਹ ਵਪਾਰ ਦੀ ਲਾਭ ਕਮਾਉਣ ਦੀ ਸ਼ਕਤੀ ਨੂੰ ਬਣਾਈ ਰੱਖਦੇ ਹਨ। ਠੀਕ ਹੈ, ਨੈਕਸਟ ਹੈ ਪੂੰਜੀ ਖਰਚੇ ਜਾਂ ਲਾਗਤ। ਇਹਨਾਂ ਦਾ ਸੰਬੰਧ ਕੀ ਲੰਮੇ ਸਮੇਂ ਨਾਲ ਹੁੰਦਾ ਹੈ। These are related to the long term। ਕਿਸੇ ਸੰਪੱਤੀ ਨੂੰ ਖਰੀਦਣ ਅਤੇ ਸਥਾਈ ਦੇਣਦਾਰੀਆਂ ਨੂੰ ਚੁਕਾਉਣ ਬਦਲੇ ਅਦਾ ਕੀਤੀ ਗਈ ਜਾਂ ਅਦਾਇਗੀ ਰਕਮ ਨੂੰ ਪੂੰਜੀ ਖਰਚੇ ਕਹਿੰਦੇ ਹਨ। ਇਸ ਤਰ੍ਹਾਂ ਦੇ ਖਰਚੇ ਤੋਂ ਵਪਾਰ ਨੂੰ ਲੰਬੇ ਸਮੇਂ ਤੱਕ ਲਾਭ ਪ੍ਰਾਪਤ ਹੁੰਦਾ ਹੈ। ਇਸ ਵਿੱਚ ਜਿਹੜੇ ਹੈਗਾ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਕਰਨ ਲਈ ਖਰਚ ਕੀਤੀ ਗਈ ਰਕਮ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਠੀਕ ਹੈ, ਇਸ ਨਾਲ ਵਪਾਰ ਦੀ ਲਾਭ ਸ਼ਕਤੀ ਵੱਧਦੀ ਹੈ। ਠੀਕ ਹੈ, ਦੀਜ਼ ਇਨਕਰੀਜ਼ਿਜ਼ ਦਾ ਆਪਣਾ ਪ੍ਰੋਫਿਟ ਜਿਹੜੀ ਆਪਣਾ ਲਾਈਫ ਨਹੀਂ ਹੁੰਦੀ ਬਿਜ਼ਨਸ ਦੀ, ਉਹ ਕੀ ਆਪਾਂ ਵੱਧਦੀ ਹੈ ਇਹਦੇ ਨਾਲ। ਨੈਕਸਟ ਹੈ ਜਿਹੜਾ ਉਹ ਹੈ ਆਪਣਾ ਡੈਬਟਰ ਯਾਨੀ ਕਿ ਦੇਣਦਾਰ। ਦੇਣਦਾਰ ਉਹ ਵਿਅਕਤੀ, ਸੰਸਥਾ ਜਾਂ ਫਰਮ ਹੁੰਦੀਆਂ ਹਨ ਜਿਨ੍ਹਾਂ ਨੂੰ ਵਪਾਰ ਨੂੰ ਰੁਪਈਏ ਦੇਣੇ ਹੁੰਦੇ ਹਨ, ਚੁਕਾਉਣੇ ਹੁੰਦੇ ਹਨ। ਠੀਕ ਹੈ, ਜੋ ਵਿਅਕਤੀ, ਸੰਸਥਾ ਜਾਂ ਫਰਮ ਵਪਾਰ ਤੋਂ ਮਾਲ ਜਾਂ ਸੇਵਾਵਾਂ ਉਧਾਰ ਪ੍ਰਾਪਤ ਕਰਦੀਆਂ ਹਨ ਅਤੇ ਉਹਨਾਂ ਦੇ ਮਾਲ ਦੇ ਬਦਲੇ, ਸੇਵਾਵਾਂ ਦੇ ਬਦਲੇ ਜੋ ਵੀ ਹੈਗਾ ਉਹਨਾਂ ਮੁੱਲ ਦੀ ਅਦਾਇਗੀ ਤੱਕ ਨਹੀਂ ਕੀਤੀ, ਉਹਨਾਂ ਸਭ ਨੂੰ ਇਸ ਵਿੱਚ ਆਪਾਂ ਸ਼ਾਮਿਲ ਕੀਤਾ ਹੈ। ਦੇਣਦਾਰ ਉਦੋਂ ਤੱਕ ਹੀ ਕਿਹਾ ਜਾਂਦਾ ਹੈ ਜਦੋਂ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ। ਯਾਨੀ ਕਿ ਜਦੋਂ ਭੁਗਤਾਨ ਕਰ ਦੇਗਾ ਉਦੋਂ ਆਪਾਂ ਉਹਨੂੰ ਦੇਣਦਾਰ ਨਹੀਂ ਕਹਿੰਦੇ।
ਠੀਕ ਹੈ ਨਾ। ਜਦੋਂ ਜੇ ਮੰਨ ਲਓ ਆਪ ਨੂੰ ਕਿਸੇ ਨੂੰ ਆਪਾਂ ਨੂੰ ਪੈਸੇ ਦੇਣੇ ਸੀ, ਉਹਨੇ ਦੇ ਦਿੱਤੇ ਆ, ਤਾਂ ਆਪਾਂ ਉਸ ਤੋਂ ਬਾਅਦ ਇਹ ਥੋੜ੍ਹਾ ਕਹਾਂਗੇ ਕਿ ਆਪਾਂ ਨੂੰ ਉਸਨੇ ਦੇਣੇ ਆ, ਦੇਣਦਾਰ ਹੈ ਉਹ ਸਾਡਾ, ਨਹੀਂ। ਯਾਨੀ ਕਿ ਉਸਨੇ ਆਪਾਂ ਨੂੰ ਆਪਣਾ ਭੁਗਤਾਨ ਕਰ ਦਿੱਤਾ ਹੈ। ਸਾਰੇ ਦੇਣਦਾਰਾਂ ਦੇ ਸਮੂਹ ਨੂੰ ਫੁਟਕਲ ਦੇਣਦਾਰ ਜਾਂ ਕੁੱਲ ਦੇਣਦਾਰ ਕਿਹਾ ਜਾਂਦਾ ਹੈ। ਕੁੱਲ ਦੇਣਦਾਰਾਂ ਤੋਂ ਪ੍ਰਾਪਤੀਯੋਗ ਰਕਮ ਨੂੰ ਕਿਤਾਬੀ ਕਰਜ਼ੇ ਕਿਹਾ ਜਾਂਦਾ ਹੈ। ਨੈਕਸਟ ਹੈ ਆਪਣਾ ਕ੍ਰੈਡੀਟਰ, ਲੈਣਦਾਰ। ਲੈਣਦਾਰ ਜਿਹੜੇ ਹੁੰਦੇ ਨੇ ਵਿਅਕਤੀ ਜਾਂ ਫਰਮ ਜਾਂ ਸੰਸਥਾਵਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਵਪਾਰ ਤੋਂ ਰੁਪਈਏ ਪ੍ਰਾਪਤ ਕਰਨੇ ਹੁੰਦੇ ਹਨ, ਠੀਕ ਹੈ ਨਾ। ਕੋਈ ਵੀ ਵਿਅਕਤੀ ਜਾਂ ਫਰਮ ਜਿਨ੍ਹਾਂ ਨੇ ਵਪਾਰ ਨੂੰ ਮਾਲ ਜਾਂ ਸੇਵਾਵਾਂ ਉਧਾਰ ਵੇਚਦੇ ਹਨ, ਉਹਨਾਂ ਨੂੰ ਕੀ ਮਾਲ ਜਾਂ ਸੇਵਾਵਾਂ ਦੇ ਮੁੱਲ ਦੀ ਪ੍ਰਾਪਤੀ ਹੁਣ ਤੱਕ ਨਹੀਂ ਹੋਈ। ਲੈਣਦਾਰ ਨੂੰ ਲੈਣਦਾਰ ਉਦੋਂ ਤੱਕ ਕਿਹਾ ਜਾਵੇਗਾ ਜਦੋਂ ਤੱਕ ਉਹਨਾਂ ਨੂੰ ਰਕਮ ਪ੍ਰਾਪਤ ਨਹੀਂ ਹੋਈ। ਸਾਰੇ ਲੈਣਦਾਰਾਂ ਦੇ ਸਮੂਹ ਨੂੰ ਫੁਟਕਲ ਲੈਣਦਾਰ ਜਾਂ ਕੁੱਲ ਲੈਣਦਾਰ ਕਿਹਾ ਜਾਂਦਾ। ਜਿਵੇਂ ਕਿ ਆਪਾਂ ਦੇਣਦਾਰ ਨੂੰ ਕਿਹਾ ਸੀ ਫੁਟਕਲ ਦੇਣਦਾਰ ਜਾਂ ਕੁੱਲ ਲੈਣਦਾਰ, ਇਸ ਤਰ੍ਹਾਂ ਹੀ ਜਿਹੜੇ ਲੈਣਦਾਰ ਹੁੰਦੇ ਨੇ, ਜਿਹੜੇ ਸਾਰੇ ਲੈਣਦਾਰ ਉਹਨਾਂ ਨੂੰ ਕੀ ਆਪਾਂ ਕਹਾਂਗੇ ਫੁਟਕਲ ਲੈਣਦਾਰ ਜਾਂ ਕੁੱਲ ਦੇਣਦਾਰ। ਨੈਕਸਟ ਹੈ ਆਪਣਾ ਗੁਡਸ, ਯਾਨੀ ਕਿ ਮਾਲ। ਮਾਲ ਉਹ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਦਾ ਵਪਾਰ ਕੀਤਾ ਜਾਂਦਾ ਹੈ। ਯਾਨੀ ਕਿ ਇਹ ਨਹੀਂ ਕਿ ਆਪਾਂ ਕੋਈ ਆਪਾਂ ਫਰਨੀਚਰ ਲਿਆਂਦਾ ਘਰ ਵਾਸਤੇ ਜਾਂ ਘਰ ਵਾਸਤੇ ਕੁਛ ਜਿਵੇਂ ਕਾਰ ਲਿਆਂਦੀ ਹੈ, ਉਹ ਮਾਲ ਨਹੀਂ ਹੁੰਦੀ। ਮਾਲ ਕੀ ਹੁੰਦਾ ਹੈ, ਜੋ ਆਪਾਂ ਵਪਾਰ ਕਰਨਾ ਹੈ ਜਿਸ ਚੀਜ਼ ਦਾ, ਠੀਕ ਹੈ ਨਾ। ਉਦਾਹਰਨ ਦੇ ਤੌਰ 'ਤੇ ਜਿਵੇਂ ਕੋਈ ਇੱਕ ਮੋਟਰ ਕਾਰ ਦੇ ਵਪਾਰੀ ਦੁਆਰਾ ਵੇਚਣ ਲਈ ਖਰੀਦੀ ਮੋਟਰ ਕਾਰ ਉਸ ਲਈ ਮਾਲ ਹੈ, ਪਰ ਜੇਕਰ ਇੱਕ ਕਰਿਆਨਾ ਵਪਾਰੀ ਦੁਆਰਾ ਮੋਟਰ ਕਾਰ ਖਰੀਦੀ ਜਾਂਦੀ ਹੈ ਤਾਂ ਉਹ ਕੀ ਉਸਦੀ ਸੰਪਤੀ ਹੈ, ਮਾਲ ਨਹੀਂ। ਜੇਕਰ ਵਪਾਰੀ ਉਤਪਾਦਕ ਹੈ ਤਾਂ ਵੇਚਣਯੋਗ ਵਸਤੂਆਂ ਤਿਆਰ ਕਰਨ ਲਈ ਖਰੀਦੇ ਕੱਚੇ ਮਾਲ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਆਪਾਂ ਕੀ ਮਾਲ ਕਹਿੰਦੇ ਹਾਂ। ਯਾਨੀ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਜੇ ਕੋਈ ਆਪਾਂ ਵਪਾਰ ਕਰ ਰਹੇ ਹਾਂ, ਆਪਾਂ ਮੰਨ ਲਓ ਕਾਰਾਂ ਹੀ ਵੇਚਣ ਦਾ ਵਪਾਰ, ਜੇ ਆਪਾਂ ਕਾਰਾਂ ਖਰੀਦੀਆਂ ਅਤੇ ਆਪਾਂ ਕੀ ਉਹ ਆਪਣੇ ਲਈ ਕੀ ਮਾਲ ਹੈ। ਪਰ ਜੇ ਆਪਾਂ ਉਹਦੇ ਘਰ ਲਈ ਪਰਸਨਲੀ ਖਰੀਦੀਏ ਕਾਰ, ਤਾਂ ਆਪਣਾ ਮਾਲ ਹੀ ਉਹ ਆਪਣੀ ਕੀ ਬਣ ਗਈ ਹੈ, ਸੰਪਤੀ, ਐਸਟੇਟ ਬਣ ਜਾਂਦੀ ਹੈ। ਸੋ ਜਿਹੜਾ ਹੁੰਦਾ ਹੈ ਜਿਹੜੇ ਵਸਤੂਆਂ ਮਾਲ ਉਹ ਵਸਤੂ ਹੁੰਦੀਆਂ ਹਨ ਜਿਨ੍ਹਾਂ ਦਾ ਵਪਾਰ ਕੀਤਾ ਜਾਂਦਾ ਹੈ। ਨੈਕਸਟ ਹੈ ਪ੍ਰੋਫਿਟ। ਪ੍ਰੋਫਿਟ ਕੀ ਹੁੰਦਾ ਹੈ, ਆਪਾਂ ਨੂੰ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਮੈਨੂੰ ਇਸ ਆਪਣਾ ਜੋ ਬਿਜ਼ਨਸ ਹੈ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ। ਆਪਾਂ ਦੋਵੇਂ ਜਿਹੜੇ ਵਰਡ ਆਮ ਸੁਣਦੇ ਹਾਂ, ਆਪਾਂ ਵੇਖਦੇ ਹਾਂ ਕਿ ਲਾਭ ਕੀ ਹੁੰਦਾ ਹੈ। ਲਾਭ ਤੋਂ ਭਾਵ ਪੂੰਜੀ ਵਿੱਚ ਵਾਧਾ। ਇੱਕ ਲੇਖਾ ਅਵਧੀ ਦੇ ਦੌਰਾਨ ਆਮਦਨ ਦੇ ਖਰਚਿਆਂ ਉੱਪਰ ਵਾਧੇ ਨੂੰ ਆਪਾਂ ਕੀ ਕਹਿੰਦੇ ਹਾਂ, ਲਾਭ ਕਹਿੰਦੇ ਹਨ। ਜਿੰਨੀ ਆਪਾਂ ਮੰਨ ਲਓ ਕਿ ਆਮਦਨ ਆਪਾਂ ਲਗਾਈ ਹੈ, ਪੈਸਾ ਲਗਾਇਆ ਹੈ, ਉਹਦੇ 'ਤੇ ਆਪਾਂ ਨੂੰ ਜਿਹੜਾ ਉਹ ਆਪਾਂ ਨੂੰ ਆਮਦਨ ਜਿਹੜੀ ਲੱਗੀ ਹੈ ਉਹ ਘਟਾ ਕੇ ਜਿਹੜਾ ਆਪਾਂ ਨੂੰ ਉੱਪਰ ਵੱਧਦਾ ਹੈ ਉਹ ਕੀ ਹੁੰਦਾ, ਆਪਣਾ ਪ੍ਰੋਫਿਟ ਹੁੰਦਾ ਹੈ। ਇਹ ਕੀ ਹੈ, ਇਹਦੇ ਲਾਭ ਦੀਆਂ ਹੇਠਲੀਆਂ 3 ਧਾਰਨਾਵਾਂ ਹਨ। ਕੁੱਲ ਲਾਭ। ਕੁੱਲ ਲਾਭ ਕੀ ਹੁੰਦਾ, ਇੱਕ ਲੇਖਾ ਅਵਧੀ ਦੇ ਦੌਰਾਨ ਸ਼ੁੱਧ ਵਿਕਰੀ, ਸਿੱਧੇ ਖਰਚੇ, ਸ਼ੁੱਧ ਖਰੀਦ, ਸ਼ੁਰੂ ਦੇ ਸਟਾਕ ਅਤੇ ਅੰਤਿਮ ਸਟਾਕ ਦੀ ਸਹਾਇਤਾ ਨਾਲ ਇਸ ਨੂੰ ਪਤਾ ਕੀਤਾ ਜਾਂਦਾ ਹੈ। ਸ਼ੁੱਧ ਵਿਕਰੀ ਵਿੱਚ ਵੇਚੇ ਗਏ ਮਾਲ ਦੀ ਲਾਗਤ ਨੂੰ ਘਟਾਉਣ ਤੋਂ ਪ੍ਰਾਪਤ ਹੁੰਦਾ ਹੈ, ਠੀਕ ਹੈ ਨਾ। ਇਹ ਸ਼ੁੱਧ ਵਿਕਰੀ ਜਿਹੜੀ ਵੀ ਆਪਣੀ ਵਿਕਰੀ ਹੋਈ ਹੈ ਉਹਦੇ ਵਿੱਚ ਵੇਚੇ ਗਏ ਮਾਲ ਦੀ ਲਾਗਤ ਨੂੰ ਘਟਾਉਣ ਨਾਲ ਆਪਾਂ ਨੂੰ ਕੀ ਕੁੱਲ ਲਾਭ ਪ੍ਰਾਪਤ ਹੋ ਜਾਂਦਾ ਹੈ। ਨੈਕਸਟ ਹੈ ਵਪਾਰਕ ਲਾਭ। ਵਪਾਰਕ ਲਾਭ ਤੋਂ ਭਾਵ ਇੱਕ ਵਪਾਰ ਨੂੰ ਲੇਖਾ ਅਵਧੀ ਦੌਰਾਨ ਵਪਾਰਕ ਕਿਰਿਆਵਾਂ 'ਤੇ ਹੋਣ ਵਾਲੇ ਲਾਭ ਤੋਂ ਹੈ। ਇਸ ਨੂੰ ਪਤਾ ਕਰਨ ਲਈ ਕੀ ਇੱਕ ਲੇਖਾ ਅਵਧੀ ਦੇ ਦੌਰਾਨ ਕੁੱਲ ਆਮਦਨ ਵਿੱਚੋਂ ਸਿੱਧੇ ਖਰਚਿਆਂ ਅਤੇ ਅਸਿੱਧੇ ਵਪਾਰਕ ਖਰਚਿਆਂ ਨੂੰ ਘਟਾ ਕੇ ਕੀਤਾ ਜਾਂਦਾ ਹੈ, ਇਸ ਦਾ ਪਤਾ। ਇਸ ਤੋਂ ਇਲਾਵਾ ਕੁੱਲ ਲਾਭ ਵਿੱਚੋਂ ਅਪ੍ਰਤੱਖ ਖਰਚਿਆਂ ਨੂੰ ਘਟਾਓ ਕਰਕੇ ਇਸ ਦਾ ਪਤਾ ਕੀਤਾ ਜਾ ਸਕਦਾ ਹੈ। ਨੈਕਸਟ ਹੈ ਸ਼ੁੱਧ ਲਾਭ। ਵਪਾਰਕ ਲਾਭ ਵਿੱਚ ਗੈਰ ਵਪਾਰਕ ਆਮਦਨਾਂ ਜੋੜ ਕੇ ਅਤੇ ਗੈਰ ਵਪਾਰਕ ਖਰਚੇ ਘਟਾਓ ਕਰਨ 'ਤੇ ਪ੍ਰਾਪਤ ਰਕਮ ਨੂੰ ਸ਼ੁੱਧ ਲਾਭ ਕਿਹਾ ਜਾਂਦਾ ਹੈ। ਅਨਿਯਮਿਤ ਲਾਭ ਕੀ ਹੁੰਦੇ ਹਨ, ਇਹ ਧਨ ਦੇ ਰੂਪ ਵਿੱਚ ਹੋਣ ਵਾਲਾ ਅਨਿਯਮਿਤ ਲਾਭ ਹੈ। ਇਸ ਦੇ ਕਾਰਨ ਪੂੰਜੀ ਵੱਧਦੀ ਹੈ, ਠੀਕ ਹੈ। ਨਿਯਮਿਤ ਲਾਭ ਜਿਹੜੇ ਹੁੰਦੇ ਸੰਪਤੀਆਂ ਵਿੱਚ ਪਰਿਵਰਤਨ ਨਾਲ ਹੁੰਦਾ ਹੈ। ਮੰਨ ਲਓ ਕੋਈ ਮਸ਼ੀਨ ਖਰੀਦੀ ਹੈ ਜਿਸ ਦਾ ਕਿ ਮੁੱਲ ਕਿੰਨਾ ਸੀ 50,000 ਰੁਪਏ, ਅਤੇ ਇਸ ਨੂੰ 60,000 ਰੁਪਏ ਵਿੱਚ ਵੇਚਣ 'ਤੇ ਹੋਏ ਜਿਹੜੇ ਮਤਲਬ ਕਿ 60,000 ਦਾ ਵੇਚਿਆ ਮਾਈਨਸ ਕੀਤਾ ਆਪਾਂ 50,000 ਦਾ, ਤਾਂ ਆਪਾਂ ਨੂੰ ਕੀ ਹੈ 10,000 ਦੇ ਜਿਹੜਾ 10,000 ਆਪਾਂ ਨੂੰ ਵਧਿਆ ਉਹ ਕੀ ਹੁੰਦਾ, ਆਪਣਾ ਅਨਿਯਮਿਤ ਲਾਭ ਹੈ ਆਪਾਂ ਉਹਨੂੰ ਕਹਿੰਦੇ ਹਾਂ, ਠੀਕ ਹੈ ਨਾ। ਨੈਕਸਟ ਹੈ ਆਪਣਾ ਕੋਸਟ,
ਲਾਗਤ। ਲਾਗਤ ਕੀ ਹੁੰਦੀ ਹੈ ਕਿ ਕਿਸੇ ਵਸਤੂ ਨੂੰ ਪ੍ਰਾਪਤ, ਵਧਾਉਣ, ਨਿਰਮਾਣ, ਪੈਦਾ ਕਰਨ ਦੇ ਖਰਚੇ ਨੂੰ ਉਸ ਵਸਤੂ ਦੀ ਲਾਗਤ ਕਿਹਾ ਜਾਂਦਾ ਹੈ। ਠੀਕ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਆਪਾਂ ਇੱਕ ਮਸ਼ੀਨ ਖਰੀਦੀ, ਉਹਦੀ ਕੀਮਤ ਕੀ ਸੀ 1 ਲੱਖ ਰੁਪਏ। ਇਸ ਨੂੰ ਸਥਾਪਿਤ ਕਰਨ 'ਤੇ ਆਪਾਂ ਨੂੰ ਯਾਨੀ ਕਿ 10,000 ਰੁਪਇਆ ਆਪਣਾ ਹੋਰ ਲੱਗ ਗਿਆ। ਠੀਕ ਹੈ ਨਾ। ਮੰਨ ਲਓ ਆਪਾਂ ਨੂੰ ਲਗਾਉਣਾ ਸੀ, ਆਪਾਂ ਨੂੰ ਕੁਛ ਹੋਰ ਵੀ ਲਿਆਉਣਾ ਪੈ ਗਿਆ ਇਸ ਨੂੰ ਲਗਾਉਣ ਲਈ। ਠੀਕ ਹੈ ਨਾ। ਕਿ ਇਹਦੀ ਆਪਣੀ ਲਾਗਤ ਕਿੰਨੀ ਹੋ ਗਈ 1,10,000 ਰੁਪਏ। ਠੀਕ ਹੈ ਨਾ। ਅਤੇ ਵਿਕਰੀ ਲਈ ਵਿਕਰੀ ਲਈ ਮਾਲ ਨੂੰ ਤਿਆਰ ਕਰਨ ਲਈ ਕੀਤੇ ਗਏ ਖਰਚਿਆਂ ਦੇ ਜੋੜ ਨੂੰ ਵਿਕਰੀ ਦੀ ਲਾਗਤ ਕਿਹਾ ਜਾਂਦਾ। ਯਾਨੀ ਕਿ ਮਸ਼ੀਨ, ਜੇ ਆਪਾਂ ਮਸ਼ੀਨ 1 ਲੱਖ ਵਿੱਚ ਖਰੀਦੀਏ ਤਾਂ ਆਪਾਂ 10,000 ਰੁਪਇਆ ਖਰਚਾ ਆ ਗਿਆ ਆਪਾਂ ਨੂੰ ਸਥਾਪਿਤ ਕਰਨ 'ਤੇ, ਆਪਣੀ ਇਹਦੀ ਕੀਮਤ ਕਿੰਨੀ ਹੋਈ, ਕਿੰਨੀ ਲਾਗਤ ਹੋਈ ਇਹਦੇ 'ਤੇ 1,10,000 ਰੁਪਏ। ਠੀਕ ਹੈ ਨਾ। ਅਤੇ ਵਿਕਰੀ ਲਈ ਮਾਲ ਨੂੰ ਤਿਆਰ ਕਰਨ ਲਈ ਕੀਤੇ ਗਏ ਖਰਚਿਆਂ ਦੇ ਜੋੜ ਨੂੰ ਕੀ ਕਹਿੰਦੇ ਆ, ਵਿਕਰੀ ਦੀ ਲਾਗਤ। ਠੀਕ ਹੈ। ਨੈਕਸਟ ਹੈ ਆਪਣਾ ਸਟਾਕ। ਸਟਾਕ ਕੀ ਹੁੰਦਾ ਹੈ, ਲੇਖਾ ਅਵਧੀ ਦੇ ਸ਼ੁਰੂ ਅਤੇ ਅੰਤ ਦੇ ਸਮੇਂ ਵਪਾਰ ਵਿੱਚ ਬਾਕੀ ਪਏ ਮਾਲ ਨੂੰ ਆਪਾਂ ਸਟਾਕ ਕਹਿੰਦੇ ਹਾਂ। ਯਾਨੀ ਕਿ ਆਪਾਂ ਕੋਈ ਮੰਨ ਲਓ ਕਿਸੇ ਸਾਲ ਆਪਾਂ ਕੋਈ ਵੀ ਬਣਾਇਆ, ਆਪਾਂ ਮਾਲ ਤਿਆਰ ਕੀਤਾ, ਉਹਦੇ ਲਈ ਕੀ ਹੈ, ਕੁਛ ਆਪਣਾ ਮਾਲ ਕੱਚੇ ਮਾਲ ਦੇ ਤੌਰ 'ਤੇ ਬਚ ਗਿਆ, ਕੁਛ ਅੱਧਾ ਤਿਆਰ ਕੀਤਾ ਉਹ ਬਚ ਗਿਆ, ਕੁਛ ਤਿਆਰ ਜਿਹੜਾ ਮਾਲ ਆਪਾਂ ਕੀਤਾ ਉਹ ਬਚ ਗਿਆ। ਠੀਕ ਹੈ ਨਾ। ਇਹ ਕੀ ਹੁੰਦੇ ਨੇ, 3 ਤਰ੍ਹਾਂ ਦੀਆਂ, ਆਪਾਂ 3 ਭਾਗਾਂ ਵਿੱਚ ਵੰਡਿਆ ਗਿਆ ਸਟਾਕ ਨੂੰ ਵੀ। ਪਹਿਲਾ ਹੈਗਾ ਕੱਚੇ ਮਾਲ ਦਾ ਸਟਾਕ। ਵਪਾਰੀ ਲਈ ਕਈ ਵਾਰ ਵਸਤੂਆਂ ਖੁਦ ਤਿਆਰ ਕਰਕੇ ਵੇਚਦੇ ਹਨ। ਠੀਕ ਹੈ ਨਾ। ਅਤੇ ਇਸ ਦੀ ਸਥਿਤੀ ਵਿੱਚ ਹੀ ਜਿਹੜੀਆਂ ਵਸਤੂਆਂ ਤਿਆਰ ਕਰਨ ਲਈ ਜੋ ਸਮਾਨ ਆਪਾਂ ਖਰੀਦਿਆ ਹੁੰਦਾ ਹੈ, ਉਹ ਕੀ ਹੈ, ਸਾਲ ਦੇ ਸ਼ੁਰੂ ਅਤੇ ਅੰਤ ਵਿੱਚ ਕੀ ਹੈ, ਕੁਛ ਬਚਿਆ ਹੁੰਦਾ ਹੈ, ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਜਿਹੜਾ ਕੱਚੇ ਮਾਲ ਦਾ ਸਟਾਕ। ਠੀਕ ਹੈ। ਨੈਕਸਟ ਹੈ ਅੱਧੇ ਤਿਆਰ ਮਾਲ ਦਾ ਸਟਾਕ। ਯਾਨੀ ਕਿ ਕੁਝ ਆਪਾਂ ਵਸਤੂਆਂ ਸਾਲ ਦੇ ਸ਼ੁਰੂ ਅਤੇ ਅੰਤ ਵਿੱਚ ਕੁਝ ਵਸਤੂਆਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਸੀ ਪਰ ਪੂਰਾ ਨਹੀਂ ਹੋਇਆ। ਇਸ ਤਰ੍ਹਾਂ ਬਾਕੀ ਜਿਹੜਾ ਅੱਧਾ ਤਿਆਰ ਮਾਲ ਕੀਤਾ ਹੁੰਦਾ ਹੈ ਉਹ ਕੀ ਬਚ ਜਾਂਦਾ ਹੈ, ਤਾਂ ਆਪਾਂ ਨੂੰ ਉਸ ਨੂੰ ਕੀ ਕਹਾਂਗੇ, ਅੱਧੇ ਤਿਆਰ ਮਾਲ ਦਾ ਸਟਾਕ। ਨੈਕਸਟ ਹੈ ਤਿਆਰ ਮਾਲ ਦਾ ਸਟਾਕ। ਜਦੋਂ ਆਪਾਂ ਸਾਲ ਸਟਾਰਟ ਹੁੰਦਾ ਜਾਂ ਲਾਸਟ ਹੁੰਦਾ ਹੈ ਤਾਂ ਕੁਝ ਆਪਣੇ ਵਸਤੂਆਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੁੰਦਾ ਹੈ, ਯਾਨੀ ਕਿ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹੁੰਦੀਆਂ ਹਨ, ਅਤੇ ਉਹ ਆਪਾਂ ਕੀ ਹੈ, ਵਿਕਰੀ ਲਈ ਤਿਆਰ ਹੁੰਦੀਆਂ ਹਨ। ਠੀਕ ਹੈ ਨਾ। ਪਰ ਆਪਾਂ ਨੂੰ ਵਿਕਰੀ ਨਹੀਂ ਹੋਈ। ਠੀਕ ਹੈ। ਉਹ ਕੀ ਬਚ ਜਾਂਦੀਆਂ, ਉਹ ਆਪਣੇ ਸਟਾਕ ਵਿੱਚ ਪਈਆਂ ਰਹਿ ਜਾਂਦੀਆਂ ਹਨ, ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ, ਤਿਆਰ ਮਾਲ ਦਾ ਸਟਾਕ। ਸੋ ਨੈਕਸਟ ਹੈ ਪਰਚੇਜ਼, ਖਰੀਦ। ਖਰੀਦ ਵਿਧੀ ਜਿਹੜੀ ਲੇਖਾ ਵਿਧੀ ਦੀ, ਜਿਹੜੀ ਆਪਾਂ ਲੇਖਾ ਵਿਧੀ ਵਿੱਚ ਜਿਹੜਾ ਖਰੀਦ ਸ਼ਬਦ ਹੈ ਉਹਦੀ ਵਰਤੋਂ ਆਪਾਂ ਵਿਸ਼ੇਸ਼ ਅਰਥ ਨਾਲ ਕੀਤੀ ਜਾਂਦੀ ਹੈ। ਯਾਨੀ ਖਰੀਦ ਸ਼ਬਦ ਦੀ ਵਰਤੋਂ ਸਿਰਫ ਮਾਲ ਦੀ ਖਰੀਦ ਲਈ ਕੀਤੀ ਜਾਂਦੀ ਹੈ, ਭਾਵ ਵਿਕਰੀ ਲਈ ਖਰੀਦੀਆਂ ਵਸਤੂਆਂ ਜਾਂ ਉਹਨਾਂ ਨੂੰ ਤਿਆਰ ਕਰਨ ਲਈ ਖਰੀਦੇ ਕੱਚੇ ਮਾਲ ਲਈ ਖਰੀਦ ਸ਼ਬਦ ਵਰਤਿਆ ਜਾਂਦਾ ਹੈ। ਯਾਨੀ ਕਿ ਕੋਈ ਵੀ ਆਪਾਂ ਵਪਾਰ ਕਰਦੇ ਪਏ ਹਾਂ, ਉਹਦੇ ਲਈ ਆਪਾਂ ਜੋ ਵੀ ਆਪਾਂ ਨੂੰ ਕੱਚਾ ਮਾਲ ਚਾਹੀਦਾ ਸੀ, ਤਾਂ ਉਹਦੇ ਲਈ ਆਪਾਂ ਜਦੋਂ ਕੱਚਾ ਮਾਲ ਖਰੀਦਿਆ ਹੈ ਤਾਂ ਆਪਾਂ ਉਹਨੂੰ ਕੀ ਕਹਾਂਗੇ, ਉਹਦੇ ਲਈ ਆਪਾਂ ਪਰਚੇਜ਼ ਸ਼ਬਦ ਜਾਂ ਖਰੀਦ ਸ਼ਬਦ ਦੀ ਵਰਤੋਂ ਕਰਾਂਗੇ। ਜਾਂ ਆਪਾਂ ਕੋਈ ਮਾਲ ਆਪਾਂ ਵੇਚਣਾ, ਠੀਕ ਹੈ ਨਾ, ਵੇਚਣਾ ਹੈ, ਅਤੇ ਉਹਦੇ ਲਈ ਆਪਾਂ ਕੁਛ ਖਰੀਦਿਆ ਹੈ ਤਾਂ ਆਪਾਂ ਉਹਦੇ ਲਈ ਕੀ ਆਵਾਂ, ਖਰੀਦ ਸ਼ਬਦ ਦਾ ਯੂਜ਼ ਕਰਾਂਗੇ। ਅਤੇ ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ ਆਪਾਂ ਮੋਟਰ ਕਾਰ, ਇਹ ਜਿਵੇਂ ਆਪਾਂ ਪਹਿਲਾਂ ਵੀ ਆਪਾਂ ਇਹ ਲੈ ਚੁੱਕੇ ਹਾਂ ਇਸ ਜਿਹੜੀ ਐਗਜ਼ਾਮਪਲ ਨੂੰ, ਕਿ ਇੱਕ ਮੋਟਰ ਕਾਰ ਦੇ ਵਪਾਰੀ ਦੁਆਰਾ ਵੇਚਣ ਲਈ ਖਰੀਦੀ ਮੋਟਰ ਕਾਰ ਉਸ ਲਈ ਮਾਲ ਹੈ, ਅਤੇ ਇਸ ਲਈ ਮੋਟਰ ਕਾਰ ਖਰੀਦਣ 'ਤੇ ਕਿਤਾਬਾਂ ਵਿੱਚ ਇਸ ਨੂੰ ਖਰੀਦ ਲਿਖਿਆ ਜਾਵੇਗਾ। ਪਰ ਜੇਕਰ ਕਰਿਆਨਾ ਵਪਾਰੀ ਦੁਆਰਾ ਮੋਟਰ ਕਾਰ ਖਰੀਦੀ ਹੈ ਤਾਂ ਉਸ ਲਈ ਕੀ ਉਹ ਇੱਕ ਸੰਪੱਤੀ ਹੈ, ਮਾਲ ਨਹੀਂ ਹੈ। ਇਸ ਲਈ ਕਿਤਾਬਾਂ ਵਿੱਚ ਇਸ ਨੂੰ ਮੋਟਰ ਕਾਰ ਸੰਪੱਤੀ ਲਿਖਿਆ ਜਾਵੇਗਾ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਰਚੇਜ਼ ਸ਼ਬਦ ਦਾ ਅਰਥ ਚੰਗੀ ਤਰ੍ਹਾਂ ਸਮਝ ਆਇਆ ਗਿਆ ਹੋਵੇਗਾ। ਸੋ ਜਦੋਂ ਵੀ ਪਰਚੇਜ਼ ਵਰਡ ਯੂਜ਼ ਕਰਨਾ ਹੈ ਤਾਂ ਸਿਰਫ ਜਿਹੜਾ ਆਪਾਂ ਮਾਲ ਆਪਾਂ ਵੇਚਣਾ ਹੈ ਉਹਦੇ ਲਈ ਆਪਾਂ ਪਰਚੇਜ਼ ਵਰਡ ਯੂਜ਼ ਕਰਾਂਗੇ। ਆਪਣੀ ਜਿਹੜੀ ਪਰਸਨਲ ਆਪਾਂ ਚੀਜ਼ ਕੋਈ ਖਰੀਦੀ ਹੈ, ਵੈਸੇ ਖਰੀਦੀ ਹੈ, ਉਹਦੇ ਲਈ ਆਪਾਂ ਪਰਚੇਜ਼ ਵਰਡ ਯੂਜ਼ ਨਹੀਂ ਕਰਾਂਗੇ। ਨੈਕਸਟ ਹੈ ਸੇਲ।
ਲੇਖਾ ਵਿਧੀ ਵਿੱਚ ਵਿਕਰੀ ਸ਼ਬਦ ਦੀ ਵਰਤੋਂ ਵਿਸ਼ੇਸ਼ ਅਰਥ ਨਾਲ ਕੀਤੀ ਜਾਂਦੀ ਹੈ। ਜਿਵੇਂ ਖਰੀਦ ਸ਼ਬਦ ਦੀ ਕੀਤੀ ਜਾਂਦੀ ਹੈ, ਉਵੇਂ ਵਿਕਰੀ ਲਈ ਕੀਤੀ ਜਾਂਦੀ ਹੈ। ਵਿਕਰੀ ਸ਼ਬਦ ਦੀ ਵਰਤੋਂ ਸਿਰਫ ਮਾਲ ਦੀ ਵਿਕਰੀ ਲਈ ਕੀਤੀ ਜਾਂਦੀ ਹੈ। ਭਾਵ ਵਪਾਰੀ ਜਿਨ੍ਹਾਂ ਵਸਤੂਆਂ ਦਾ ਵਪਾਰ ਕਰਦਾ ਹੈ ਉਹਨਾਂ ਨੂੰ ਵੇਚਣ 'ਤੇ ਵਿਕਰੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਫਿਰ ਉਹੀ ਡੈਫੀਨੇਸ਼ਨ ਲਵਾਂਗੇ ਕਿ ਇੱਕ ਮੋਟਰ ਕਾਰ ਦੇ ਵਪਾਰੀ ਦੁਆਰਾ ਮੋਟਰ ਕਾਰ ਵੇਚਣ 'ਤੇ ਕਿਤਾਬਾਂ ਲਈ ਵਿਕਰੀ ਵਿੱਚ ਕੀ ਲਿਖਿਆ ਜਾਏਗਾ? ਵਿਕਰੀ ਸ਼ਬਦ ਲਿਖਿਆ ਜਾਵੇਗਾ। ਜੇਕਰ ਕਰਿਆਨਾ ਵਪਾਰੀ ਦੁਆਰਾ ਮੋਟਰ ਕਾਰ ਵੇਚੀ ਜਾਂਦੀ ਹੈ ਤਾਂ ਉਸ ਲਈ ਸੰਪਤੀ ਹੈ, ਮਾਲ ਨਹੀਂ। ਇਸ ਲਈ ਮੋਟਰ ਕਾਰ ਕੀ ਹੈ? ਸੰਪਤੀ ਲਿਖਾਂਗੇ ਕਿਤਾਬਾਂ ਵਿੱਚ। ਕਰਿਆਨਾ ਵਪਾਰੀ ਦੁਆਰਾ ਕਰਿਆਨੇ ਦਾ ਸਮਾਨ ਵੇਚਣ 'ਤੇ ਹੀ ਵਿਕਰੀ ਸ਼ਬਦ ਯੂਜ਼ ਕਰਾਂਗੇ। ਯਾਨੀ ਕਿ ਜੇ ਕਰਿਆਨਾ ਵਪਾਰੀ ਆਪਦਾ ਮਾਲ ਵੇਚਦਾ ਕਰਿਆਨੇ ਦਾ ਤਾਂ ਉਹ ਕੀ ਹੈ? ਉਹਦੇ ਲਈ ਵਿਕਰੀ ਸ਼ਬਦ ਯੂਜ਼ ਕਰ ਸਕਦਾ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ।